ਸੋ ਸੰਤ ਕੀ ਤੂਰ ਮਿਟੇ ਅਗ ਕੋਟ, ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਆ ਹੈ ਕਿ ਜਦੋਂ ਸੰਤ ਜਿਹੜਾ ਸੱਚਖੰਡ ਆ ਉਹਦੀ ਪ੍ਰਸਾਦ ਹੋ ਗਈ ਨਾ ਇਹਦੇ ਉੱਪਰ, ਭਾਵ ਕਿ ਉਸ ਹੁਕਮ ਨੂੰ ਇਹ ਸੁਣਨ ਲੱਗ ਗਿਆ, ਤਾਂ ਜਨਮ ਮਰਨ ਤੇ ਛੋਟ। ਆ ਜਿਹੜਾ ਭਵ ਸਾਗਰ ਵਿੱਚ ਆਉਣਾ ਜਾਣਾ, ਜਿਹੜਾ ਬਾਰ-ਬਾਰ ਧਿਆਨ ਆਉਂਦਾ, ਫਿਰ ਸਰੀਰ ਮਾਇਆ ਦਾ ਕੋਈ ਹੋਰ ਮਿਲ ਜਾਂਦਾ, ਇਹ ਤੋਂ ਛੁਟਕਾਰਾ ਤਾਂ ਹੋ ਸਕਦਾ ਜੇ ਸੰਤ ਦੀ ਪ੍ਰਸਾਦ ਹੋਵੇ, ਭਾਵ ਕਿ ਸੱਚਖੰਡ ਦੀ ਬਖਸ਼ਿਸ਼ ਹੋ ਜਾਵੇ, ਹੁਕਮ ਨੂੰ ਸਮਝ ਲਵੇ। ਸੰਤ ਕਾ ਦਰਸ਼ਨ ਪੂਰਨ ਇਸ਼ਨਾਨ। ਸੰਤ ਕਾ ਦਰਸ਼ਨ, ਹੁਣ ਸੰਤ ਕਾ ਦਰਸ਼ਨ ਕੀ ਹੈ? ਸੰਤ ਦਾ ਹੁਕਮ ਹੀ ਉਹਦਾ ਦਰਸ਼ਨ ਹੈ। ਉਹਦੇ ਹੁਕਮ ਨੂੰ ਜਦੋਂ ਇਹ ਸਮਝ ਲੈਂਦਾ ਤਾਂ ਇਹਦਾ ਪੂਰਨ ਇਸ਼ਨਾਨ ਹੁੰਦਾ, ਕਿਉਂਕਿ ਮੈਲਾ ਹੈ, ਮਨ ਮੈਲਾ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ। ਅਸੀਂ ਮਨ ਤਾਂ ਧੋਂਦੇ ਹੀ ਨਹੀਂ, ਅਸੀਂ ਬਾਹਰਲਾ ਸਰੀਰ ਧੋਈ ਜਾਂਦੇ ਹਾਂ। ਮਨ ਧੋਵੋ ਸ਼ਬਦ ਲਾਗੋ, ਤਨ ਧੋਤੇ ਮਨ ਹੱਛਾ ਨਾ ਹੋਏ। ਇੱਕ ਇੱਕ ਵਚਨ ਗੁਰਬਾਣੀ ਨੇ ਦੱਸਿਆ। ਧੋਣਾ ਮਨ ਹੈ, ਮੈਲ ਮਨ ਨੂੰ ਲੱਗੀ ਹੋਈ ਹੈ। ਮਨ ਕਿਵੇਂ ਧੋ ਹੋਊਗਾ? ਸੰਤ ਦੀ ਦਰਸ਼ਨ ਦੇ ਨਾਲ। ਸੰਤ ਦਾ ਦਰਸ਼ਨ ਕੀ ਆ? ਉਹਦਾ ਹੁਕਮ, ਉਹਦੀ ਬਾਣੀ, ਉਹਦੇ ਬੋਲ, ਉਹਦੀ ਸਿੱਖਿਆ। ਕਿਉਂਕਿ ਸੰਤ ਅੰਦਰ ਹਿਰਦੇ 'ਚ ਹੈ, ਉੱਥੇ ਹੀ ਮਨ ਨੇ ਜਾਣਾ। ਮਨ ਉੱਥੇ ਤਾਂ ਨਹੀਂ ਜਾਂਦਾ, ਮੈਲਾ ਬਹੁਤ ਹੈ। ਇਹਨੂੰ ਕਿਹਾ ਵੀ ਤੂੰ ਮੈਲ ਲਾ ਦੇ। ਸੰਤ ਨੂੰ ਮੈਲ ਕੀ ਲੱਗੀ ਹੋਈ ਹੈ? ਵਾਹਿਗੁਰੂ। ਮਨ ਨੂੰ ਮੈਲ ਕੀ ਲੱਗੀ ਹੈ? ਆ ਬਾਰ-ਬਾਰ ਸਰੀਰ 'ਚ ਧਿਆਨ ਰੱਖਣਾ। ਇਹੀ ਮੈਲ ਹੀ ਆ ਸਰੀਰ ਆ ਜਿਹੜਾ ਬਾਹਰ ਦਿੰਦਾ। 84 ਲੱਖ ਮੈਲ ਹੀ ਢੋਈ ਹੈ, ਹੋਰ ਕੀ ਕੀਤਾ। ਫਰੀਦ ਸਾਹਿਬ ਕਹਿੰਦੇ ਬੰਨ੍ਹ ਉਠਾਈ ਪੋਟਲੀ ਕਿੱਥੇ ਬੰਝਾ ਖੱਤ। ਕਹਿੰਦੇ ਜਿਹੜੀ ਪੋਟਲੀ ਚੱਕੀ ਹੈ ਬੰਨ੍ਹ ਕੇ ਕਿੱਥੇ ਸਿੱਟਣੀ ਆ? ਦੱਸ ਤਾਂ ਸਹੀ। ਇਹਨੂੰ ਸਿੱਟ। ਇਹੀ ਤਾਂ ਭਾਰ ਹੈ ਬੁੱਧੀ ਦੇ ਉੱਪਰ। ਇਹਦੇ ਕਰਕੇ ਨਹੀਂ ਖਹਿੜਾ ਛੁੱਟ ਹੁੰਦਾ, ਹੋਰ ਤਾਂ ਕੋਈ ਗੱਲ ਨਹੀਂ ਹੈਗੀ, ਹੋਰ ਤਾਂ ਕੋਈ ਮੁਸ਼ਕਲ ਨਹੀਂ ਹੈ। ਤਾਂ ਪਾਤਸ਼ਾਹ ਕਹਿੰਦੇ ਆ ਸੰਤ ਕਾ ਦਰਸ਼ਨ ਪੂਰਨ ਇਸ਼ਨਾਨ। ਕਹਿੰਦੇ ਪੂਰੀ ਸ਼ੁੱਧੀਕਰਨ ਹੁਕਮ ਤੋਂ ਬਿਨਾਂ ਨਹੀਂ ਹੋ ਸਕਦਾ। ਸੰਤ ਕਿਰਪਾ ਤੇ ਜਪੀਆ ਨਾਮ। ਆ ਦੇਖੋ, ਕਹਿੰਦੇ ਉਹਦੀ ਜਿਹੜੀ ਕਿਰਪਾ ਹੈ, ਸੰਤ ਇਹ ਨਹੀਂ ਕਿ ਸੰਤ ਕਿਰਪਾ ਕਰੂਗਾ, ਸੰਤ ਤਾਂ ਸਦਾ ਹੀ ਕਿਰਪਾ ਕਰਦਾ। ਸਤਿਗੁਰ ਸਭਨਾ ਦਾ ਭਲਾ ਮਨਾਏਦਾ। ਸਤਿਗੁਰ ਸਦਾ ਦਿਆਲ ਹੈ, ਉਹ ਤਾਂ ਸਦਾ ਹੀ ਦਿਆਲ ਰਹਿੰਦਾ। ਸੂਰਜ ਦਾ ਚੜ੍ਹਿਆ ਹੋਇਆ, ਧੁੱਪ ਤਾਂ ਹੈਗੀ ਲੈਣੀ ਨਾ ਲੈਣੀ ਤਾਂ ਹੁਣ ਸਾਡੀ ਮਰਜ਼ੀ, ਅਸੀਂ ਬਾਹਰ ਨਿਕਲੀਏ ਨਾ ਨਿਕਲੀਏ। ਮੀਂਹ ਪੈ ਰਿਹਾ ਤਾਂ ਸਾਡੀ ਮਰਜ਼ੀ, ਅਸੀਂ ਮੀਂਹ 'ਚ ਜਾਈਏ ਜਾਂ ਨਾ ਜਾਈਏ। ਅੰਮ੍ਰਿਤ ਸਦ ਹੀ ਵਰਸਦਾ, ਪੀਵੇ ਪੀਵਣ। ਸੰਤ ਦੀ ਕਿਰਪਾ ਸਦਾ ਹੀ ਵਰਸਦੀ ਹੈ। ਜੇ ਸੰਤ ਕਿਸੇ ਬੰਦੇ ਨੂੰ ਦੇ ਕੇ ਕਿਰਪਾ ਕਰਦਾ ਫਿਰ ਉਹ ਸੰਤ ਨਹੀਂ ਹੈ। ਜੇ ਪਰਮੇਸ਼ਰ ਕਹੇ ਵੀ ਮੈਂ ਇੱਥੇ ਮੀਂਹ ਪਾਉਣਾ, ਹੋਰ ਕਿਤੇ ਪਾਉਣਾ ਹੀ ਨਹੀਂ ਹੈ, ਮੀਂਹ ਪੈਂਦਾ ਹੀ ਪੈਂਦਾ। ਇਸੇ ਤਰ੍ਹਾਂ ਸੰਤ ਦੀ ਕਿਰਪਾ ਲਗਾਤਾਰ ਵਰਸਦੀ ਹੈ, ਵਰਸਣੀ ਓ ਵਰਸਣੀ ਹੈ। ਕੀ ਪਤਾ ਕਿਹੜਾ ਕਿਹੜਾ ਕਿੱਥੇ ਕਿੱਥੇ ਬੈਠਾ, ਕਿਹਨੇ ਕਿਹਨੇ ਜਾਗਣਾ, ਕੋਈ ਪਤਾ ਨਹੀਂ ਹੈ। ਕਿੱਡੀ ਸ੍ਰਿਸ਼ਟੀ ਹੈ। ਹੁਕਮ ਤਿੰਨੇ ਲੋਕਾਂ 'ਚ ਚੱਲਦਾ ਸੰਤ ਦਾ। ਕੋਈ ਵੀ ਹੁਕਮ ਨੂੰ ਮੰਨ ਸਕਦਾ, ਔਰ ਮੰਨਦੇ ਆ, ਇੱਕ ਨਹੀਂ ਕਰੋੜਾਂ ਮੰਨਦੇ ਆ। ਤਾਂ ਪਾਤਸ਼ਾਹ ਨੇ ਲਿਖਿਆ ਸੰਤ ਕਿਰਪਾ ਤੇ, ਉਹਦੀ ਕਿਰਪਾ ਜਿਹੜੀ ਉਹ ਸਭ ਤੇ ਚੱਲ ਰਹੀ ਹੈ। ਜਪੀ ਹੈ ਨਾਮ, ਉਹਨੂੰ ਸਮਝੋ, ਉਹਦੀ ਕਿਰਪਾ ਨੂੰ ਸਮਝੋ। ਉਹਦੀ ਕਿਰਪਾ ਅੱਜ ਸਾਡੇ ਤੇ ਕੀ ਆ? ਸਾਡੇ ਕੋਲ ਗੁਰਬਾਣੀ ਹੈ। ਸਭ ਤੋਂ ਵੱਡੀ ਕਿਰਪਾ ਇਹੀ ਹੈ, ਤਾਂ ਉਹਨਾਂ ਨੇ ਕੀਤੀ ਹੋਈ ਹੈ। ਤੇ ਹੁਣ ਅਸੀਂ ਗੁਰਬਾਣੀ ਦੇ ਅੱਗੇ ਵੀ ਇਹ ਗੱਲ ਕਹਿੰਦੇ ਵੀ ਤੁਸੀਂ ਕਿਰਪਾ ਕਰੋ। ਉਹ ਬੜੀ ਹੈਰਾਨੀ ਹੁੰਦੀ ਹੈ। ਉਹ ਕਹਿੰਦੇ ਵੀ ਕਿਰਪਾ ਤਾਂ ਤੇਰੇ ਹੋਈ ਹੋਈ ਹੈ ਤੇਰੇ ਉੱਪਰ, ਹੁਣ ਹੋਰ ਕਿਰਪਾ ਕੀ ਭਾਲਦਾ? ਪਦਾਰਥ ਤੇਰੇ ਮੂਹਰੇ ਪਿਆ, ਹੁਣ ਤੂੰ ਖਾਣਾ ਤਾਂ ਭਾਈ ਤਾਂ ਆਪ ਹੀ ਹੈ ਨਾ। ਲਿਆ ਕੇ ਪਦਾਰਥ ਉਹਨੇ ਰੱਖਤਾ ਵੀ ਆ ਲੈ ਭਾਈ, ਛਕ, ਤ੍ਰਿਪਤੀ ਕਰ। ਪਰਮੇਸ਼ਰ ਨੇ ਸਾਨੂੰ ਬਖਸ਼ਿਸ਼ ਕਰ ਦਿੱਤੀ ਹੈ, ਸਾਡੇ ਤੇ ਕਿਰਪਾ ਕਰਤੀ ਆ, ਕਿਰਪਾ ਹੋ ਗਈ। ਤੇ ਸ਼ਬਦ ਲਿਖਿਆ ਕਿਰਪਾ ਤੇ, ਆਪਦੀ ਕਿਰਪਾ ਹੋਈ ਪਈ ਹੈ। ਉਸ ਤੋਂ ਪ੍ਰਾਪਤੀ ਕੀ ਕਰਨੀ ਹੈ? ਜਪੀ ਹੈ ਨਾਮ। ਕਿ ਹੁਣ ਤੁਸੀਂ ਸਮਝਣਾ ਹੁਕਮ ਕਿ ਤੁਸੀਂ ਕੀ ਕਰਨਾ। ਆ ਉਹਨੇ ਕਿਰਪਾ ਕਰਕੇ ਤੁਹਾਨੂੰ ਰੱਖਤੀ ਵੀ ਆਹ ਪਈ ਹੈ, ਹੁਣ ਇਹ ਤੋਂ ਤੁਸੀਂ ਆਪਣਾ ਹੁਕਮ ਨੂੰ ਸਮਝੋ ਤੇ ਉਹ ਚੱਲੋ, ਕਿਉਂਕਿ ਰਹਾਉ ਦਾ ਬਚਨ ਹੈ।
ਨਾਮ ਦੇ ਥੱਲੇ ਔਂਕੜ ਹੈ। ਇੱਕ ਕਿਰਪਾ ਹੋਈ ਪਈ ਹੈ, ਇੱਕ ਕਰਨ ਵਾਸਤੇ, ਮਨ ਨੂੰ ਮਾਇਆ ਦੇ ਵਿੱਚੋਂ ਪਿੱਛੇ ਲਿਜਾਣ ਵਾਸਤੇ। ਮਨ ਦੇ ਅੰਦਰ ਬਾਰ-ਬਾਰ ਗੱਲ ਹੈ ਵੀ ਤੂੰ ਇਸ ਗੱਲ ਦਾ ਦ੍ਰਿੜਤਾ ਕਰ, ਉਹਨੂੰ ਸੱਚਖੰਡ ਵਿੱਚ ਉਹਨੂੰ ਠਾਲ ਦੇ। ਦੋਨਾਂ ਨੂੰ ਉਪਦੇਸ਼ ਹੈ। ਇਹ ਸੁਪਨਾ ਛੱਡੇ, ਉਹ ਆਪਣਾ ਭਰਮ ਛੱਡੇ। ਉਹ ਭਰਮ ਨਹੀਂ ਛੱਡਦਾ, ਇਹ ਸੁਪਨਾ ਨਹੀਂ। ਉਹਨੂੰ ਹਉ ਆ, ਇਹਨੂੰ ਮੈਂ ਆ, ਇਹ ਦੋਨੇ ਨਹੀਂ ਛੱਡਦੇ। ਜਿੰਨਾ ਚਿਰ ਇਹ ਦੋਨੇ ਨਹੀਂ ਆਪੋ ਆਪਣਾ, ਉਹ ਹਉ ਨਹੀਂ ਛੱਡਦਾ, ਇਹ ਮੈਂ ਨਹੀਂ ਛੱਡਦਾ, ਉਨਾ ਚਿਰ ਇੱਕ ਨਹੀਂ ਹੋ ਸਕਦਾ। ਇੱਕ ਹੋਏ ਤੋਂ ਬਿਨਾਂ ਫਿਰ ਇਹ ਸੁੰਦਰ ਸਰੂਪ ਨਹੀਂ ਇਹਦਾ ਬਣਨਾ, ਕੁਰੂਪ ਹੀ ਰਹੂਗਾ। ਸੋ ਸੰਤ ਕਿਰਪਾ ਤੇ ਜਪੀਐ ਨਾਮ ਰਹਾਓ। ਪਾਤਸ਼ਾਹ ਕਹਿੰਦੇ ਤੁਹਾਡੇ ਕੋਲ ਸਮਾਂ ਹੈ, ਕੁਛ ਤਾਂ ਵਿਚਾਰੋ, ਕਿਉਂ ਜੀਵਨ ਵਿਅਰਥ ਗਵਾਈ ਜਾ ਰਹੇ ਹੋ। ਸੰਤ ਕੈ ਸੰਗੀ, ਵੈਸੇ ਜੀ ਪੜ੍ਹਦੇ ਇਹਨੂੰ ਸੰਤ ਕੈ ਸੰਗੀ ਆ, ਅਰਥ ਵੇਲੇ ਜਦੋਂ ਅਸੀਂ ਇਹਨੂੰ ਵਿਚਾਰਾਂਗੇ ਤਾਂ ਇਹਨੇ ਸੰਗੀ ਬਣਨਾ। ਸੰਗ ਤਾਂ ਹੁੰਦਾ ਬਰਾਬਰ ਦੇ ਦਾ, ਸੰਗੀ ਹੁੰਦਾ ਜਿਹੜਾ ਇੱਕ ਵੱਡਾ ਇੱਕ ਛੋਟਾ। ਕਿਉਂਕਿ ਸਾਡੇ ਕੋਲ ਦੇਹੀ ਹੈ ਜੀ। ਜਦੋਂ ਅਸੀਂ ਦੇਹੀ ਛੱਡਤੀ ਫਿਰ ਤਾਂ ਇਹਨੇ ਇੱਕ ਹੋ ਹੀ ਜਾਣਾ। ਜਿੰਨਾ ਚਿਰ ਦੇਹੀ ਵਿੱਚ ਜੀਵ ਆਤਮਾ, ਉਨਾ ਚਿਰ ਇਹ ਸੰਗੀ ਬਣ ਕੇ ਰਹਿੰਦੀ ਹੈ, ਦਾਸ ਬਣ ਕੇ ਰਹਿਣਾ ਪਊਗਾ ਇਹਨੂੰ। ਭਾਵੇਂ ਜੀਵ ਆਤਮਾ ਜਾਗ ਵੀ ਜਾਵੇ, ਮੂਲ ਵੀ ਜਾਗ ਜਾਵੇ, ਦੋਨੇ ਜਾਗਣ, ਜਾਗਤੇ ਕੋ ਜਾਗਤਾ ਮਿਲ ਵੀ ਜਾਵੇ, ਇੱਕ ਵੀ ਹੋ ਜਾਵੇ, ਇੱਕ ਹੋ ਕੇ ਉੱਗ ਵੀ ਪਵੇ, ਫਿਰ ਵੀ ਇਹ ਦਾਸ ਹੀ ਰਹੂ। ਇਸੇ ਕਰਕੇ ਪਾਤਸ਼ਾਹੀਆਂ ਨੇ, ਭਗਤਾਂ ਨੇ ਦਾਸ ਲਿਖਿਆ ਨਾਲ। ਨਾਨਕ ਦਾਸ, ਕਬੀਰ ਦਾਸ, ਰਾਮਦਾਸ, ਅਮਰਦਾਸ, ਸੇਵਕ। ਬੜੀ ਵੱਡੀ ਗੱਲ ਹੈ, ਕੋਈ ਸੌਖੀ ਗੱਲ ਨਹੀਂ ਵੀ ਉਹਨਾਂ ਨੇ ਕਿਉਂ ਲਿਖੇ ਨਾਂ ਆਪਣੇ। ਕਿਉਂਕਿ ਇਹਦੇ ਵਿੱਚ ਬ੍ਰਹਮ ਹੈ, ਬ੍ਰਹਮ ਦੀ ਸੋਝੀ ਹੈ, ਬ੍ਰਹਮ ਦਾ ਗਿਆਨ ਹੈ, ਨਾ ਕਿ ਕੋਈ ਕਾਵਿ ਸ਼ੈਲੀ ਬਣਾ ਕੇ ਲਿਖ ਕੇ ਦੇਤੀ ਸਾਨੂੰ। ਸੰਤ ਕੈ ਸੰਗੀ ਮਿਟਿਆ ਅਹੰਕਾਰ, ਕਹਿੰਦੇ ਹੁਣ ਮਿਟ ਗਿਆ, ਹੰਕਾਰ ਨਹੀਂ ਹੈ। ਜਦੋਂ ਉਹਦਾ ਸੰਗੀ ਬਣ ਗਿਆ, ਭਾਵ ਕਿ ਉਹਦਾ ਦਾਸ ਬਣ ਗਿਆ, ਦਾਸ ਦੇ ਅੰਦਰ ਤਾਂ ਹੰਕਾਰ ਹੁੰਦਾ ਨਹੀਂ। ਹੁਣ ਮਨ ਮਾਇਆ ਦੇ ਵਿੱਚੋਂ ਵੀ ਜਾਗਦਾ, ਉਧਰੋਂ ਮੂਲ ਵੀ ਜਾਗਦਾ, ਦੋਨੇ ਜਾਗਦੇ ਆ। ਆਤਮਾ ਪ੍ਰਾਤਮਾ ਇੱਕੋ ਨੇ, ਅੰਤਰ ਕੀ ਦੁਵਿਧਾ, ਅੰਤਰ ਮਰੀ ਹੋਈ ਹੈ। ਉਹਨੇ ਆਪਣੀ ਹਉ ਛੱਡੀ ਹੈ, ਇਹਨੇ ਆਪਣੀ ਮੈਂ ਛੱਡੀ ਹੈ, ਦੋਨੇ ਇੱਕ ਨੇ। ਜਦੋਂ ਇੱਕ ਹੁੰਦੇ ਆ ਫਿਰ ਕੀ ਹੁੰਦਾ? ਦ੍ਰਿਸ਼ਟ ਆਵੈ ਸਭ ਏਕ ਅੰਕਾਰ। ਦੇਖੋ ਪਾਤਸ਼ਾਹ ਇਹ ਮੇਰੇ ਮਨਾ ਕੀ ਕਹਿੰਦੇ ਆ, ਕਹਿੰਦੇ ਦ੍ਰਿਸ਼ਟੀ ਆਵੈ, ਕਹਿੰਦੇ ਫਿਰ ਦ੍ਰਿਸ਼ਟੀ ਚਾਹੁੰਦਾ। ਇੱਕ ਹੋਏ ਤੋਂ ਬਾਅਦ ਚ, ਪਹਿਲਾਂ ਨਹੀਂ ਦ੍ਰਿਸ਼ਟੀ ਚਾਹੁੰਦਾ ਉਹ, ਪਹਿਲੋਂ ਅਨਦ੍ਰਿਸ਼ਟੀ ਹੈ, ਕਿਉਂਕਿ ਫਿਰ ਤਾਂ ਮਾਇਆ ਦ੍ਰਿਸ਼ਟੀ ਚ ਹੈ। ਹੁਣ ਮਾਇਆ ਛੱਡੀ ਹੈ, ਉਹਨੇ ਮਾਇਆ ਦਾ ਪਕੜ ਛੱਡਤੀ, ਇਹਨੇ ਮਾਇਆ ਦਾ ਖਿਆਲ ਛੱਡਤਾ। ਦੁਵਿਧਾ ਇਸੇ ਕਰਕੇ ਸੀ, ਦੁਵਿਧਾ ਛੱਡਤੀ, ਦੁਵਿਧਾ ਮਿਟਾਤੀ, ਤੇ ਦ੍ਰਿਸ਼ਟੀ ਆਵੈ ਸਭ, ਸਾਰਿਆਂ ਦੇ ਹਿਰਦਿਆਂ ਦੇ ਅੰਦਰ ਏਕ ਓਂਕਾਰ, ਜਿਹੜਾ ਇੱਕ ਦਾ ਆਕਾਰ ਹੈ, ਉਹ ਆਕਾਰ ਕਰਕੇ ਵੀ ਇੱਕੋ ਹੀ ਹੈ, ਹਾਕਮ ਹੁਕਮ ਕਰਕੇ ਵੀ ਇੱਕੋ ਹੀ ਹੈ। ਉਹ ਇੱਕ ਓਂਕਾਰ ਹੈ। ਜਿਹੜੀ ਭਵ ਸਾਗਰ 'ਚ ਜੋਤ ਆਈ ਉਹ ਓਂਕਾਰ ਹੈ। ਸਾਡੀ ਜਿਹੜੀ ਜੋਤ ਆ, ਸਾਡਾ ਆਕਾਰ ਵੀ ਵੱਖਰਾ ਹੈ, ਕਿਉਂਕਿ ਸਾਡੇ ਕੋਲ ਮਾਇਆ ਦੀ ਇੱਛਾ ਹੈ। ਮਾਇਆ ਦੀ ਇੱਛਾ ਕਰਕੇ ਅਸੀਂ ਫਿਰ ਸਰੀਰ ਵੀ ਧਾਰਿਆ ਹੋਇਆ ਹੈ। ਸਾਡੇ ਅੰਦਰ ਵੀ ਜੋਤ ਹੀ, ਅਸੀਂ ਉਸੇ ਜੋਤ ਦਾ ਜਿਹੜਾ ਧਿਆਨ ਹੈ ਉਹ ਮਾਇਆ ਚੋਂ ਧਿਆਨ ਪਿੱਛੇ ਖਿੱਚ ਲਵੇ, ਉਹੀ ਜੋਤ ਫਿਰ ਇੱਕ ਓਂਕਾਰ ਹੈ। ਤਾਂ ਹੀ ਓਂਕਾਰ ਦੇ ਮੂਹਰੇ ਏਕਾ ਲਾਇਆ ਕਿ ਤੂੰ ਤਿੰਨ ਰੂਪਾਂ 'ਚ ਗੇੜਾ ਦਿੰਦਾ ਭਵ ਸਾਗਰ ਦੇ ਅੰਦਰ। ਤੇਰੇ ਕੋਲ ਰੂਪ ਨੇ ਤਿੰਨ, ਆਪਣੇ ਰੂਪਾਂ ਨੂੰ ਖਤਮ ਕਰ ਦੇ, ਤੇਰਾ ਸਰੂਪ ਬਣ ਜਾਣਾ।
ਤ੍ਰਿਤੀਏ ਤੀਨੇ ਸਮ ਕਰ ਲਿਆਵੈ, ਸ੍ਰੀ ਪਾਤਸ਼ਾਹ ਕਬੀਰ ਸਾਹਿਬ ਜੀ ਕਹਿੰਦੇ 52 ਅੱਖਰੀ ਦੇ ਅੰਦਰ। ਤ੍ਰਿਤੀਏ ਤੀਨੇ ਸਮ ਕਰ ਲਿਆਵੈ, ਆਨੰਦ ਮੂਲ ਪਰਮ ਸੁਖ ਪਾਵੈ। ਕਹਿੰਦੇ ਫੇਰ ਜਿਹੜਾ ਆਨੰਦ ਮੂਲ ਪਰਮ ਸੁਖ, ਫੇਰ ਤੈਨੂੰ ਪਰਮ ਸੁਖ ਦੀ ਪ੍ਰਾਪਤੀ, ਭਾਵ ਕਿ ਤੇਰਾ ਸੁੰਦਰ ਸਰੂਪ ਦਾ ਫੇਰ ਤੈਨੂੰ ਪਤਾ ਲੱਗੇਗਾ। ਪਰ ਇੱਕ ਇਹੀ ਗੱਲ ਨੂੰ ਜਪ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਤਿੱਥੈ ਘੜੀਐ ਸੁਰਤ ਮਤ ਮਨ, ਕਹਿੰਦੇ ਇਹਨਾਂ ਨੂੰ ਘੜ, ਫਿਰ ਇਹ ਬੁੱਧੀ ਬਣੂ, ਵਿਵੇਕ ਬੁੱਧ, ਚੰਡੀ ਪ੍ਰਚੰਡ ਸੁਗਿਆਨ। ਸੋ ਦ੍ਰਿਸ਼ਟੀ ਆਵੈ ਸਭ ਏਕੰਕਾਰ, ਸੰਤ ਸੋ ਪ੍ਰਸੰਨ ਆਏ ਵਸ ਪੰਚਾ। ਇਹ ਹੈ ਸੰਤ ਦੀ ਸੋ ਪ੍ਰਸੰਨਤਾ। ਆਏ ਬਸ, ਹੁਣ ਬਸ ਵਿੱਚ ਕੀ ਹੈ? ਪੰਚਾ, ਕਿ ਜਿਹੜਾ ਮਨ ਮਾਇਆ ਨਾਲ ਜੁੜਿਆ ਹੋਇਆ ਸੀ, ਭਰਮ ਵਿੱਚ ਫਸਿਆ ਹੋਇਆ ਸੀ, ਉਹ ਧਿਆਨ ਉਹਨੇ ਆਪਣਾ ਆਪਣੇ ਖਿੱਚ ਲਿਆ। ਮਨ ਹੀ ਉਹਦਾ ਪ੍ਰਾਤਮਾ ਦਾ ਧਿਆਨ ਹੈ, ਉਹਨੇ ਆਪਣਾ ਧਿਆਨ ਹੀ ਪਰੇ ਕੱਢ ਲਿਆ। ਹੁਣ ਪੰਚਾਂ ਦੇ ਵਿੱਚ ਬੈਠਾ, ਸੱਚਖੰਡ ਵਾਲਿਆਂ 'ਚ ਬੈਠਾ, ਜਿਨ੍ਹਾਂ ਦਾ ਇੱਕ ਧਿਆਨ ਹੈ, ਇਹਦਾ ਵੀ ਇੱਕ ਧਿਆਨ ਹੈ, ਉਹਨਾਂ ਵਿੱਚ ਇਹ ਸ਼ਾਮਲ ਹੋ ਗਿਆ। ਅੰਮ੍ਰਿਤ ਨਾਮ ਹਿਰਦੇ ਲੈ, ਕਹਿੰਦੇ ਜਿਹੜਾ ਅੰਮ੍ਰਿਤ ਨਾਮ ਹੈ, ਮ੍ਰਿਤਿਉ ਤੋਂ ਰਹਿਤ ਕਰਨ ਵਾਲਾ, ਹੁਕਮ ਇਹਦੇ ਹਿਰਦੇ 'ਚ ਹੈ, ਰੱਜਿਆ ਬੈਠਾ। ਨਾਨਕ ਸਿਫਤੀ ਰੱਜਿਆ, ਕਹੋ ਨਾਨਕ ਜਾ ਕਾ ਪੂਰਾ ਕਰਮ। ਪੰਜਵੇਂ ਪਾਤਸ਼ਾਹ ਕਹਿੰਦੇ ਵੀ ਸਾਨੂੰ ਇਹ ਪਰਮੇਸ਼ਰ ਨੇ ਹੁਕਮ ਦਿੱਤਾ ਵੀ ਤੁਸੀਂ ਇਹ ਗੱਲ ਕਹੋ, ਇਹਨਾਂ ਨੂੰ ਸਮਝਾਓ ਕਿ ਜਾ ਕਾ ਪੂਰਾ ਕਰਮ, ਜਿਹਦੀ ਸੋਚ ਬਿਲਕੁਲ ਸ਼ੁੱਧ ਹੈ, ਜਿਹਨੇ ਆਪਣਾ ਧਿਆਨ ਮਾਇਆ ਚੋਂ ਬਾਹਰ ਕੱਢ ਲਿਆ। ਕਰਮ ਹੁੰਦੀ ਹੈ ਸੋਚ, ਪੂਰਾ ਕਰਮ, ਪੂਰੀ ਦੀ ਪੂਰੀ ਸੋਚ ਮਾਇਆ ਚੋਂ ਬਾਹਰ ਲੈ ਗਿਆ। ਤਿਸ ਭੇਟੇ ਸਾਧੂ ਕੇ ਚਰਨ, ਕਹਿੰਦੇ ਉਹਨੂੰ ਫਿਰ ਭੇਟਾ ਹੋ ਜਾਂਦੀ ਹੈ ਸਾਧੂ ਦੀ। ਸਾਧੂ ਹੈ ਸਾਰਾ ਸੱਚਖੰਡ, ਉਹੀ ਉੱਪਰ ਸੰਤ ਆਇਆ, ਉਹੀ ਇੱਥੇ ਸਾਧੂ ਹੈ। ਉੱਥੇ ਧੂਰੀ ਆ ਗਈ, ਇੱਥੇ ਚਰਨ ਆ ਗਿਆ। ਕਿ ਜਿਹੜੀਆਂ ਜੀਵ ਆਤਮਾਵਾਂ ਇਸ ਭਵ ਸਾਗਰ ਦੇ ਅੰਦਰ ਆ ਕੇ ਜਾਗ ਗਈਆਂ, ਜਿੰਨੀਆਂ ਵੀ ਜਾਗੀਆਂ, ਚਾਹੇ ਪਾਤਸ਼ਾਹੀ ਸੀ, ਚਾਹੇ ਭਗਤ ਸਾਹਿਬਾਨ ਸਨ, ਇਹ ਸਾਰੇ ਜਾਗੇ ਹੋਏ ਸੀ, ਬੇਅੰਤ ਗੁਰਸਿੱਖ, ਇਹ ਸਾਰੇ ਜਾਗੇ ਨੇ, ਇਹ ਸਾਧੂ ਨੇ, ਕਿਉਂਕਿ ਇਹਨਾਂ ਨੇ ਇੱਥੇ ਆ ਕੇ ਜਾਗਰਤ ਅਵਸਥਾ ਪ੍ਰਾਪਤ ਕੀਤੀ। ਸਾਡੇ ਵਾਂਗੂ ਵਿਚਰੇ, ਸਾਡੇ ਵਾਂਗੂ ਸਰੀਰ ਸੀ ਇਹਨਾਂ ਦੇ, ਪਰ ਜਾਗਦੇ ਸੀ। ਜਿਵੇਂ 10 ਬੰਦੇ ਸੁੱਤੇ ਪਏ, ਇੱਕ ਬੰਦਾ ਉਹਨਾਂ ਚੋਂ ਜਾਗਦਾ ਹੈ, ਤਾਂ ਉਹ ਜਿਹੜੇ ਸੁੱਤੇ ਪਏ ਉਹਨਾਂ ਦਾ ਸਰੀਰ ਵੀ ਉਹੋ ਜਿਹਾ ਹੀ ਹੈ, ਤੇ ਜਾਗਦੇ ਦਾ ਸਰੀਰ ਵੀ ਉਹੋ ਜਿਹਾ, ਪਰ ਜਾਗਦੇ ਨੂੰ ਸਾਰਾ ਪਤਾ ਵੀ ਇੱਥੇ ਕਮਰੇ 'ਚ ਕੀ ਹੋ ਰਿਹਾ, ਪਰ ਸੁੱਤੇ ਪਿਆਂ ਨੂੰ ਨਹੀਂ ਪਤਾ। ਇਸੇ ਤਰ੍ਹਾਂ ਹੀ ਇਹਨਾਂ ਪਾਤਸ਼ਾਹੀਆਂ ਭਗਤ ਸਾਹਿਬਾਨਾਂ ਨੂੰ ਸਾਰਾ ਕੁਝ ਪਤਾ ਸੀ ਵੀ ਤਿੰਨੇ ਲੋਕਾਂ 'ਚ ਕੀ ਹੋ ਰਿਹਾ, ਪਰ ਜਿਹੜੇ ਸੁੱਤੇ ਪਏ ਇਹਨਾਂ ਨੂੰ ਕੋਈ ਪਤਾ ਨਹੀਂ ਕੀ ਹੋ ਰਿਹਾ। ਉਹ ਸੁੱਤੇ ਪਿਆਂ ਨੂੰ ਜਗਾਉਂਦੇ ਸੀ ਵੀ ਤੁਸੀਂ ਜਾਗੋ, ਉੱਠੋ। ਪਰ ਬੇਅੰਤ ਨੇ ਜਿਹੜੇ ਜਾਗੇ ਨੇ, ਉਹਨਾਂ ਦੀ ਗੱਲ ਸੁਣ ਕੇ, ਤੇ ਬੇਅੰਤ ਨੇ ਜਿਹੜੇ ਨਹੀਂ ਜਾਗੇ। ਸੋ ਜਿਹੜੇ ਜਾਗ ਗਏ ਉਹਨਾਂ ਵਰਗੇ ਬਣੇ, ਵਾਪਸ ਚਲੇ ਗਏ, ਜਿਹੜੇ ਨਹੀਂ ਬਣੇ ਉਹ ਇੱਥੇ ਹੀ ਨੇ। ਸੋ ਤਾਂ ਪਾਤਸ਼ਾਹ ਨੇ ਬਜਣਾ ਤਿਸ ਭੇਟਾ, ਕਹਿੰਦੇ ਸਾਧੂ ਕੇ ਚਰਨ। ਅੱਜ ਸਾਡੇ ਕੋਲ ਗੁਰਬਾਣੀ ਹੈ, ਇਹ ਸ਼ੁੱਧ ਹੈ, ਸਾਡੇ ਲਈ ਅੱਜ ਇਹੀ ਸਾਧੂ ਹੈ। ਹੁਣ ਭੇਟੇ ਸ਼ਬਦ ਲਿਖਿਆ, ਭੇਟੇ, ਭੇਟਾ ਹੁੰਦੀ ਹੈ ਕਿਸੇ ਦੇ ਅੱਗੇ ਸਮਰਪਣ ਹੋ ਜਾਣਾ। ਜਿਹਦੇ ਅੱਗੇ ਪਾਤਸ਼ਾਹੀਆਂ ਜਾਂ ਭਗਤ ਸਾਹਿਬਾਨ ਸਮਰਪਣ ਹੋਏ ਸੀ, ਉਸੀ ਹੁਕਮ। ਚਰਨ, ਚਰਨ ਹੁੰਦਾ ਹੁਕਮ, ਪਰਮੇਸ਼ਰ ਦੇ ਬੋਲ। ਪਰਮੇਸ਼ਰ ਦੀ ਦੇਹੀ ਤਾਂ ਹੈ ਨਹੀਂ ਗੀ, ਉਹਦਾ ਹੁਕਮ ਹੀ ਉਹਦਾ ਸਰੂਪ ਹੈ, ਉਹਦੇ ਹੁਕਮੀ ਨੇਤਰ ਨੇ, ਉਹਦਾ ਹੁਕਮੀ ਹੱਥ ਹੈ, ਉਹਦੇ ਹੁਕਮੀ ਪੈਰ ਨੇ, ਉਹਦਾ ਹੁਕਮੀ ਪੇਟ, ਉਹਦਾ ਸਾਰੀ ਬੋਡੀ ਹੀ ਹੁਕਮ ਹੈ। ਬਸ ਉਹ ਸੁੰਦਰ ਸਰੂਪ ਹੈ, ਉਹਦਾ ਹੁਕਮੀ ਸੁੰਦਰ ਸਰੂਪ ਹੈ। ਹੁਕਮ ਨਾਲ ਹੀ ਉਹ ਸਭ ਨੂੰ ਵੇਖ ਰਿਹਾ,
ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੈ, ਉਹਦੇ ਪੇਟ ਦੇ ਵਿੱਚ ਹੀ ਇਹ ਸਾਰੀਆਂ ਸ੍ਰਿਸ਼ਟੀਆਂ ਨੇ। ਤਿਸ ਭੇਟੇ ਸਾਧੂ ਕੇ ਚਰਨ, ਉਹਨਾਂ ਨੇ ਆ ਕੇ ਸਾਨੂੰ ਇਹ ਗੱਲ ਸਮਝਾਈ ਵੀ ਜਿਵੇਂ ਅਸੀਂ ਆਪਣੇ ਹੁਕਮ ਦੇ ਵਿੱਚ ਚੱਲਦੇ ਹਾਂ, ਤੁਸੀਂ ਵੀ ਜਾਗੋ, ਤੁਸੀਂ ਵੀ ਹੁਕਮ ਵਿੱਚ ਰਹੋ, ਤਾਂ ਤੁਹਾਡਾ ਭਾਰ ਨਿਸਤਾਰਾ ਹੋਵੇਗਾ। ਸੋ ਇਹ ਹੈ ਦਰਗਾਹੀ ਸੰਤ। 279 ਪੰਨੇ ਦੇ ਉੱਪਰ ਸੁਖਮਨੀ ਦੇ ਵਿੱਚ ਪੰਜਵੇਂ ਪਾਤਸ਼ਾਹ ਕਹਿੰਦੇ ਆ ਸ਼ਲੋਕ, ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਾਰ। ਦੇਖੋ, ਸੰਤ ਦੀ ਸਰਨ ਵਿੱਚ ਪੈਣ ਦੇ ਨਾਲ ਜਿੰਨਾ ਚਿਰ ਅਸੀਂ ਹੁਕਮ ਦੇ ਅਨੁਸਾਰੀ ਨਹੀਂ ਹੁੰਦੇ, ਆਪਣੇ ਮੂਲ ਦੀ ਸਰਨ ਵਿੱਚ ਨਹੀਂ ਜਾਂਦੇ, ਜਿਹੜੀ ਜੀਵ ਆਤਮਾ ਵੀ ਆਪਣੇ ਮੂਲ ਦੇ ਸਰਨ ਵਿੱਚ ਹੈ, ਜੋ ਸੰਤ ਸਰਨ ਜੋ ਜਨ, ਜਿਹੜਾ ਮਨ ਜਨ ਬਣ ਜਾਂਦਾ, ਜਿਹੜਾ ਮਨ ਦੇ ਅੰਦਰ ਭੁੱਖ ਪੈਦਾ ਹੋ ਜਾਂਦੀ ਹੈ, ਜਾਣਕਾਰੀ ਲੈਣ ਲੱਗ ਜਾਂਦਾ, ਜਾਣਨ ਲਈ ਕੋਸ਼ਿਸ਼ ਕਰਦਾ, ਸੋ ਜਨ ਉਧਰ ਨਾਰ। ਕਹਿੰਦੇ ਉਹ ਜਨ ਉਧਰ ਨੂੰ ਵੀ ਜਾਂਦਾ। ਜਿਹੜਾ ਬੱਚਾ ਪੜ੍ਹਨ ਲੱਗ ਜਾਵੇ, ਉਹਦਾ ਪੜ੍ਹਾਈ ਦੇ ਵਿੱਚ ਧਿਆਨ ਲੱਗਣ ਲੱਗ ਜਾਵੇ, ਇੰਟਰਸਟ ਵੱਧ ਜਾਵੇ, ਉਹ ਬੱਚਾ ਪਾਸ ਵੀ ਹੋ ਜਾਂਦਾ, ਡਿਗਰੀਆਂ ਵੀ ਪ੍ਰਾਪਤ ਕਰ ਲੈਂਦਾ। ਇਸੇ ਤਰ੍ਹਾਂ ਹੀ ਜਿਹੜਾ ਮਨ ਗੁਰਬਾਣੀ ਤੋਂ ਸਮਝਣ ਲੱਗ ਜਾਵੇ, ਗੁਰਬਾਣੀ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੇ, ਤਾਂ ਚੱਲ ਵੀ ਪੈਂਦਾ, ਉਹ ਜਾਗ ਵੀ ਪੈਂਦਾ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰੇ ਅਵਤਾਰ। ਕਹਿੰਦੇ ਜੇ ਆਪਣੀ ਮੂਲ ਦੀ ਗੱਲ ਨਹੀਂ ਮੰਨਦਾ, ਗੁਰਬਾਣੀ ਦੀ ਗੱਲ ਨਹੀਂ ਮੰਨਦਾ, ਅੰਤਰਾਤਮਾ ਦੀ ਗੱਲ ਨਹੀਂ ਮੰਨਦਾ, ਨਿੰਦਿਆ ਹੁੰਦੀ ਆ ਉਹਦੀ ਗੱਲ ਨਾ ਮੰਨਣੀ। ਨਾਨਕਾ, ਦੇਖੋ ਇੱਥੇ ਸ਼ਬਦ ਨਾਨਕਾ ਪਾਇਆ, ਨਾਨਕ ਨਹੀਂ ਪਾਇਆ। ਇਹ ਜਿਹੜਾ ਦੇਹੀ ਦੇ ਵਿੱਚ ਆਇਆ ਹੋਇਆ, ਜਿਹੜੀ ਜੀਵਾਤਮਾ ਦੇਹੀ ਸੰਬੰਧਿਤ ਹੈ, ਜਿੰਨਾ ਚਿਰ ਦੇਹੀ ਨਾਲ ਸੰਬੰਧਿਤ ਹੈ, ਉਹ ਤਾਂ ਹੀ ਨਿੰਦਿਆ ਕਰਦਾ ਕਿਉਂਕਿ ਉਹਨੂੰ ਸਰੀਰ ਦਾ ਆਸਰਾ ਹੈ, ਉਹ ਕਿਸੇ ਤੇ ਆਸਰਾ ਰੱਖ ਕੇ ਚੱਲਦਾ। ਇੱਥੇ ਜਦੋਂ ਇਹਨੂੰ ਕਿਸੇ ਦਾ ਆਸਰਾ ਟੁੱਟ ਜਾਂਦਾ, ਫਿਰ ਇਹਨੂੰ ਆਪਣੇ ਮੂਲ ਦਾ ਆਸਰਾ ਬਣਦਾ, ਫਿਰ ਨਾਨਕ ਬਣਦਾ। ਉਹ ਕਿਸੇ ਤੇ ਆਸਰਾ ਰੱਖਦਾ। ਜਿਵੇਂ ਪਾਤਸ਼ਾਹ ਕਹਿੰਦਾ ਕਿਸ ਹੀ ਕੋਈ ਕੋਏ, ਕੋਈ ਕਹਿੰਦਾ ਮੇਰਾ ਹੋਈ ਆ, ਮਨ ਜਨਵਾਣੀ ਇੱਕ ਤੂੰ, ਉਹ ਕਹਿੰਦੇ ਵੀ ਮੇਰਾ ਤਾਂ ਤੂੰ ਹੀ ਆ, ਮੈਂ ਇੱਥੇ ਕਿਸੇ ਤੇ ਨਹੀਂ। ਕਿਸੇ ਧੜਾ ਮਿੱਤਰ ਸਕੇ ਨਾਲ ਜਵਾਈ, ਇਸ ਤਰ੍ਹਾਂ ਦਾ ਇੱਕ ਵਚਨ ਵੀ ਆਉਂਦਾ ਸ਼ਬਦ ਦਾ ਪੂਰਾ। ਉਹਦੇ ਵਿੱਚ ਵੀ ਕਿਸੇ ਨੇ ਧੜਾ ਕੋਈ ਬਣਾਇਆ ਮਿੱਤਰ ਨਾਲ, ਕਿਸੇ ਨੇ ਜਵਾਈ ਨਾਲ, ਕਿਸੇ ਨੇ ਪਿਓ ਨਾਲ, ਕਿਸੇ ਨੇ ਮਾਂ ਨਾਲ, ਇਸੇ ਸੰਸਾਰ ਧੜੇ ਬਣਾਇਆ, ਪਰ ਜਿਹੜਾ ਮੇਰਾ ਧੜਾ ਉਹ ਤੇਰੇ ਨਾਲ ਹੈ। ਮੈਂ ਇੱਥੇ ਕੋਈ ਧੜਾ ਨਹੀਂ ਬਣਾਇਆ, ਮੈਂ ਇੱਥੇ ਕਿਸੇ ਨਾਲ ਕੋਈ ਸੰਬੰਧ ਨਹੀਂ ਪੈਦਾ ਕੀਤਾ, ਮੈਂ ਸੰਸਾਰ 'ਚ ਕਿਸੇ ਨੂੰ ਆਪਣਾ ਨਹੀਂ ਮੰਨਿਆ। ਇੱਕ ਜਾਗਦਾ ਬੰਦਾ ਸੁੱਤੇ ਨਾਲ ਕੀ ਰਿਸ਼ਤਾ ਪਾਵੇ, ਉਹਦੇ ਨਾਲ ਕੀ ਗੱਲ ਬੈਠ ਕੇ ਕਰੇ, ਕੀ ਸਾਂਝ ਕਰੇ, ਉਹ ਜਾਗਦੇ ਨਹੀਂ ਕਰੂ। ਸੋ ਜਾਗਦਾ ਤਾਂ ਫਿਰ ਪਰਮੇਸ਼ਰ ਹੀ ਹੈ, ਜਾਂ ਫਿਰ ਭਗਤ ਜਾਗਦਾ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ। ਕਹਿੰਦੇ ਫਿਰ ਕੀ ਹੈ, ਜਿੰਨਾ ਚਿਰ ਆਪਣੇ ਮੂਲ ਦੀ ਤੁਸੀਂ ਗੱਲ ਨਹੀਂ ਮੰਨੋਗੇ, ਸੰਤ ਦੀ ਗੱਲ ਨਹੀਂ ਮੰਨੋਗੇ, ਤਾਂ ਫਿਰ ਬਾਹਰ ਬਾਹਰ ਅਵਤਾਰ ਬਾਰ ਕੇ ਇੱਥੇ ਫਿਰ ਆਉਂਦੇ ਰਹੋਗੇ। ਆ ਸਰੀਰ ਦੇ ਅੰਦਰ, ਸਰੀਰ ਮਿਲ ਗਿਆ, ਸਰੀਰ ਛੱਡਤੇ, ਸਰੀਰ ਮਿਲ ਗਿਆ, ਸਰੀਰ ਛੱਡਤੇ, ਸੁੱਤੇ ਪਏ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਆ 793 ਪੰਨੇ ਦੇ ਉੱਪਰ, ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਇੱਕੋ। ਹੁਣ ਇੱਥੇ ਸੰਤ ਨੂੰ ਕੰਨਾ ਪੈ ਗਿਆ, ਸੰਤਾਂ ਕੋ ਮਤ ਕੋਈ ਨਿੰਦੋ, ਭਾਵ ਕਿ ਜਿਹੜੀ ਸੰਤਾਂ, ਜਿਹੜੇ ਗੁਰਮੁਖਾਂ ਨੇ ਇੱਥੇ ਆ ਕੇ ਤੁਹਾਨੂੰ ਜਗਾਇਆ, ਜਿਨ੍ਹਾਂ ਨੇ ਨਾਮ ਹਿਰਦੇ ਵਿੱਚ ਪ੍ਰਗਟ ਸੀ, ਜਿਹੜੇ ਤੁਹਾਨੂੰ ਜਗਾਉਂਦੇ ਨੇ,
ਕੋ ਮਤ, ਉਹਨਾਂ ਦੀ ਜਿਹੜੀ ਮਤ ਹੈ, ਜਿਵੇਂ ਕੋਈ ਚੌਂਕੀਦਾਰ ਆ ਕੇ ਜਗਾਉਂਦਾ ਹੋਵੇ ਵੀ ਭਾਈ ਜਾਗਦੇ ਰਹੋ, ਅਸੀਂ ਉਹਦੇ ਗਲ ਪੈ ਜੀ ਵੀ ਤੂੰ ਯਾਰ ਟਿਕਦਾ ਹੀ ਨਹੀਂ ਹੈਗਾ, ਤੂੰ ਐਵੇਂ ਡੰਡ ਪਏ, ਤੈਂ ਤਾਂ ਹੁਣ ਜਾਗਣਾ ਹੀ ਜਾਗਣਾ, ਤੂੰ ਸਾਨੂੰ ਵੀ ਇੱਥੇ ਰੌਲਾ ਪਿਆ, ਤੂੰ ਹੌਲੀ ਨਹੀਂ ਬੋਲ ਸਕਦਾ, ਹੌਲੀ ਖੜਕਾ ਕਰਿਆ ਕਰ। ਉਹ ਗੱਲ ਆ ਪਾਤਸ਼ਾਹ ਨੇ ਲਿਖੀ ਹੈ, ਕਿਉਂਕਿ ਜਿਹੜਾ ਹੁਣ ਇੱਥੇ ਜਾਗਦਾ ਗੁਰਮੁਖ ਹੈ, ਉਹਨੂੰ ਪਰਮੇਸ਼ਰ ਕਹਿੰਦਾ ਵੀ ਤੂੰ ਇਹਨਾਂ ਨੂੰ ਜਗਾ। ਉਹ ਹੁਣ ਜੇ ਇਹਨਾਂ ਨੂੰ ਜਗਾਉਂਦਾ ਹੈ ਤਾਂ ਇਹ ਰੌਲਾ ਪਾਉਂਦੇ ਆ। ਸੰਤਾਂ ਕੀ ਮਤ, ਸੰਤਾਂ ਕੋ ਮਤ, ਮਤ ਹੁੰਦਾ ਉਹਨਾਂ ਦੀ ਜਿਹੜੀ ਬੋਲੀ ਹੈ, ਜੋ ਸਿੱਖਿਆ ਦਿੰਦੇ ਆ, ਅਕਲ ਦਿੰਦੇ ਆ, ਬੋਲਦੇ ਆ। ਨਿੰਦੋ, ਕਹਿੰਦੇ ਉਹਦੀ ਨਿੰਦਿਆ ਕਰਦਾ, ਕਹਿੰਦੇ ਨਾ ਕਰ, ਉਹ ਤਾਂ ਚੌਂਕੀਦਾਰ ਤਾਂ ਤੇਰੇ ਭਲੇ ਵਾਸਤੇ ਕਹਿੰਦਾ ਵੀ ਚੱਲ ਤੂੰ ਮਾੜਾ ਮੋਟਾ ਜਾਗਦਾ ਰਹੇ, ਜੇ ਕੋਈ ਖੜਕਾ ਖੁੜਕਾ ਹੋ ਤੈਨੂੰ ਪਤਾ ਤਾਂ ਲੱਗੂ, ਤੂੰ ਰੌਲਾ ਪਾਏਗਾ ਵੀ ਫੇਰ ਹੀ ਅਸੀਂ, ਜੇ ਹੁਣ ਤੂੰ ਅੰਦਰ ਦਾ ਘੋਕ ਸੁੱਤਾ ਪਿਆ, ਮੈਂ ਤਾਂ ਹਾਕ ਦੇ ਕੇ ਲੰਘ ਜਾਣਾ, ਪਿੱਛੋਂ ਕੋਈ ਚੋਰ ਆ ਜਾਵੇ ਫੇਰ, ਚੋਰ ਤਾਂ ਅੰਦਰ ਹੀ ਬੈਠੇ ਆ, ਬਾਹਰੋਂ ਤਾਂ ਕਿਤੋਂ ਨਹੀਂ ਆਉਣਾ, ਚੋਰ ਮੁੱਸਾ ਘਰ ਬਾਹਰ, ਉਹ ਤਾਂ ਅੰਦਰੋਂ ਹੀ ਲੁੱਟੀ ਜਾਂਦੇ ਆ। ਕਹਿੰਦੇ ਜਾਗ, ਤੂੰ ਤਾਂ ਨਿੰਦਿਆ ਕਰਦਾ ਉਹਨਾਂ ਦੀ, ਸੰਤਾਂ ਕੋ ਮਤ ਕੋਈ, ਕਹਿੰਦੇ ਉਹਨਾਂ ਦੀ ਨਿੰਦਿਆ ਨਾ ਕਰ, ਉਹ ਜਿਹੜਾ ਬੋਲ ਬੋਲਦੇ ਆ, ਉਹਨਾਂ ਦੀ ਜਿਹੜੀ ਮੱਤ ਹੈ, ਅਕਲ ਆ, ਉਹ ਤੇਰੇ ਭਲੇ ਵਾਸਤੇ ਹੈ। ਸੰਤ ਰਾਮ ਹੈ ਇੱਕੋ, ਦੇਖੋ ਆ ਜਿਹੜਾ ਸੰਤ ਸ਼ਬਦ ਆ ਗਿਆ, ਇਹ ਮੁਕਤਾ ਆ ਗਿਆ, ਇਹ ਸਾਡਾ ਉਹੀ ਮੂਲ ਹੈ, ਸੱਚਖੰਡ ਵਾਲੀ ਜੋਤੀ ਹੈ। ਉਹ ਤੇ ਰਾਮ ਦੇ ਵਿੱਚ ਕੋਈ ਫਰਕ ਨਹੀਂ ਹੈਗਾ, ਇੱਕੋ ਹੀ ਨੇ ਦੋਏ ਜਾਣੇ, ਨੌ ਦੋ ਵੱਖੋ ਵੱਖਰੇ ਨੇ ਮੂਲ ਰੂਪ ਦੇ ਵਿੱਚ, ਚਾਹੇ ਉਹਨੂੰ ਸੰਤ ਕਹਿ ਦਿਓ, ਚਾਹੇ ਉਹਨੂੰ ਰਾਮ ਕਹਿ ਦਿਓ। ਕਿਤੇ ਤਾਂ ਇਹ ਪਾਤਸ਼ਾਹ ਨੇ ਲਿਖਿਆ ਵੀ ਕਿਤੇ ਭੁਲੇਖਾ ਹੀ ਨਾ ਪਾ ਦਿਓ ਵੀ ਸੰਤ ਕੋਈ ਹੋਰ ਹੁੰਦਾ, ਰਾਮ ਕੋਈ ਹੋਰ ਹੁੰਦਾ। ਸੰਤ ਵੀ ਉਹੀ ਹੈ, ਰਾਮ ਵੀ ਉਹੀ ਹੈ। ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਭਵਿੱਖੋ। ਕਹੋ ਕਬੀਰ, ਹੁਣ ਕਬੀਰ ਕਹਿ ਰਿਹਾ, ਹੁਣ ਕਬੀਰ ਸਾਹਿਬ ਜਿਹੜਾ ਸਾਡੇ ਸਾਹਮਣੇ ਉਹਨਾਂ ਦੀ ਸਰੀਰ ਸੀ, ਅਸੀਂ ਤਾਂ ਉਹਨਾਂ ਦੇ ਸਰੀਰ ਨੂੰ ਦੇਖ ਕੇ ਕਬੀਰ ਕਹਾਂਗੇ ਵੀ ਉਹਨਾਂ ਦਾ ਸਰੀਰਕ ਨਾਂ ਸੀ, ਪਰ ਉਹਨਾਂ ਨੇ ਸਰੀਰਕ ਨਾਂ ਵੀ ਆਪਣਾ ਰੱਦ ਕਰਤਾ ਸੀ ਆਪ ਹੀ, ਕਿ ਮੈਂ ਕਬੀਰ ਨਹੀਂ ਹਾਂ, ਮੈਂ ਕਬੀਰ ਹਾਂ, ਮੈਂ ਦੇਹੀ ਦੇ ਅੰਦਰ ਹਾਂ। ਉਹ ਵੀ ਆਪਣੇ ਮੂਲ ਨੂੰ ਉਹਨਾਂ ਨੇ ਕਿਹਾ, ਕਬੀਰਾ ਤੂੰ, ਕਬੀਰ ਤੂੰ, ਤੇਰਾ ਨਾਉ ਕਬੀਰ। ਉਹ ਕਹਿੰਦਾ ਵੀ ਸਾਰਾ ਕੁਝ ਤੇਰਾ ਹੀ ਹੈ, ਮੇਰਾ ਨਹੀਂ ਹੈ ਕੁਛ। ਠੀਕ ਹੈ, ਇਹ ਲੋਕ ਮੈਨੂੰ ਕਬੀਰ ਕਹਿੰਦੇ ਨੇ, ਪਰ ਮੈਂ ਇਸ ਗੱਲ ਦੀ ਗਵਾਹੀ ਨਹੀਂ ਭਰਦਾ ਕਿ ਮੈਂ ਕਬੀਰ ਹਾਂ। ਕਿੰਨਾ ਭੈ ਰੱਖਦੇ ਸੀ ਉਹ, ਕਿ ਕਿਤੇ ਮੇਰੇ ਮਨ 'ਚ ਇਹੀ ਗੱਲ ਨਾ ਆ ਜਾਵੇ ਵੀ ਮੈਂ ਹੀ ਕਬੀਰ ਹਾਂ, ਕਿਉਂਕਿ ਕਬੀਰ ਦਾ ਭਾਵ ਤਾਂ ਹੁੰਦਾ ਸਭ ਤੋਂ ਸ੍ਰੇਸ਼ਟ, ਸਭ ਤੋਂ ਵੱਡਾ, ਕਿ ਕਿਤੇ ਮਨ ਫੇਰ ਨਾ ਪਿੱਛੇ ਮੁੜ ਜਾਵੇ, ਕਿਉਂਕਿ ਕੋਈ ਪਤਾ ਨਹੀਂ ਕਿਸ ਵੇਲੇ ਕੀ ਭਾਣਾ ਵਰਤਣਾ। ਪਰਮੇਸ਼ਰ ਕਿਤੇ ਵੀ ਪਰਖ ਕਰ ਸਕਦਾ, ਉੱਥੇ ਬਿਲਕੁਲ ਸ਼ੁੱਧ ਜੀਵਾਤਮਾ ਨੂੰ ਐਂਟਰੀ ਹੈ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਕਹਿੰਦੇ ਮੈਂ ਸ਼ੁੱਧ ਮੈਂ ਆ, ਮਨ ਨੇ ਕਿਵੇਂ ਉਸ ਕਬੀਰ ਦੀ ਪ੍ਰਾਪਤੀ ਕੀਤੀ। ਕਹੋ ਕਬੀਰ, ਕਹਿੰਦੇ ਤੂੰ ਹੁਣ ਇਹਨਾਂ ਨੂੰ ਦੱਸ, ਭਗਤ ਸਾਹਿਬਾਨ ਜੀ ਹੁਣ ਸਾਨੂੰ ਦੱਸਦੇ ਆ ਕਿ ਮੈਂ ਸੋ ਗੁਰ ਪਾਇਆ, ਵੀ ਮੈਂ ਉਹ ਗੁਰ ਹੈ ਜਿਹੜਾ ਆਤਮਿਕ ਸੁਗਿਆਨ ਹੈ। ਹੁਣ ਗੁਰ ਦੇ ਰਾਰੇ ਨੂੰ ਔਂਕੜ ਹੈ, ਇਹ ਉਹੀ ਰਾਮ ਹੈ, ਉਹੀ ਸੰਤ, ਕਿ ਜਿਹੜਾ ਸ਼ਬਦ ਗੁਰੂ ਹੈ, ਉਹਦੀ ਮੈਨੂੰ ਪ੍ਰਾਪਤੀ ਕਿਵੇਂ ਹੋਈ, ਮੇਰਾ ਉਸ ਹੁਕਮ ਨਾਲ ਕਿਵੇਂ ਰਾਬਤਾ ਪੈਦਾ ਹੋਇਆ, ਮੈਂ ਉਹਨੂੰ ਕਿਵੇਂ ਪ੍ਰਾਪਤ ਕੀਤਾ। ਜਾ ਕਾ ਨਾਉ ਭਵਿੱਖੋ, ਮੇਰੇ ਗੁਰੂ ਦਾ ਨਾਂ ਕੀ ਹੈ, ਮੇਰਾ ਵੀ ਤਾਂ ਗੁਰੂ ਹੈ, ਉਹਦਾ ਕੀ ਨਾਂ ਹੈ। ਹੁਣ ਕਬੀਰ ਸਾਹਿਬ ਆਪਣੇ ਗੁਰੂ ਦਾ ਨਾਂ ਦੱਸਦੇ, ਉਹਦਾ ਨਾਂ ਕੀ ਹੈ, ਭਵਿੱਖੋ, ਉਹ ਹੈ ਸੁਗਿਆਨ, ਕਿ ਮੇਰਾ ਗੁਰੂ ਗਿਆਨ ਹੈ।
ਉਹੀ ਗੱਲ ਗੁਰੂ ਨਾਨਕ ਜੀ ਕਹਿੰਦੇ, ਸ਼ਬਦ ਗੁਰੂ ਸੁਰਤ ਤੋਂ ਨੀ ਚੇਲਾ। ਉਹੀ ਗੱਲ ਦਸਵੇਂ ਪਾਤਸ਼ਾਹ ਕਹਿੰਦੇ ਆ, ਗਿਆਨ ਗੁਰੂ ਆਤਮ ਉਪਦੇਸੋ, ਕੋਈ ਫਰਕ ਨਹੀਂ ਹੈ। ਪਰ ਗਿਆਨ ਕਿਹੜਾ? ਮਾਇਆ ਦਾ ਗਿਆਨ ਨਹੀਂ ਹੈ, ਜਿਹੜਾ ਖੁਦ ਸਵੈਮ ਆਪਣੇ ਆਪ ਦੀ ਸੋਝੀ ਕਰਾ ਦੇਵੇ। ਜਿਹਦੇ ਨਾਲ ਜੀਵ ਆਤਮਾ ਜਾਗ ਜਾਵੇ, ਸੁਪਨਾ ਟੁੱਟ ਜਾਵੇ, ਉਹ ਸੁਗਿਆਨ ਆ, ਉਹ ਆ ਗੁਰਬਾਣੀ। ਗੁਰਬਾਣੀ ਉਹ ਸੁਗਿਆਨ ਹੈ, ਪਰ ਗੁਰਬਾਣੀ ਦੇ ਵਿੱਚ ਸਮਾਇਆ ਹੋਇਆ। ਗੁਰਬਾਣੀ ਮਹਿ, ਦੇਖੋ ਕੀ ਲਿਖਿਆ ਬਚਨ, ਗੁਰਬਾਣੀ ਮਹਿ ਹਰ ਨਾਮ ਸਮਾਇਆ। ਇਹ ਗੁਰਬਾਣੀ ਆ ਨਾ ਜਿਹੜੇ ਸਾਡੇ ਕੋਲ, ਇਹਦੇ ਵਿੱਚ ਕੁਛ ਹੈ। ਇਹਨਾਂ ਅੱਖਰਾਂ ਮੈਂ ਕੋਈ ਗੁਰਮੁਖ ਖੋਜਿਆ, ਇਹਨਾਂ ਅੱਖਰਾਂ ਦੇ ਵਿੱਚ ਕੁਝ ਚੀਜ਼ ਦਿੱਤੀ ਹੋਈ ਹੈ ਉਹਨਾਂ ਨੇ। ਥਾਲ ਵਿੱਚ ਤੀਨੀ ਵਸਤੂ ਪਈਓ, ਥਾਲ ਨਾ ਅੱਖਰ, ਅੱਖਰਾਂ ਦੇ ਵਿੱਚ ਉਹਨੇ ਕੋਈ ਵਸਤੂ ਪਾ ਕੇ ਦਿੱਤੀ ਹੈ ਸੱਚਖੰਡ ਨੇ। ਉਸ ਵਸਤੂ ਉਹੀ ਨਾਮ ਹੈ, ਉਹ ਇੱਕੋ ਹੀ ਵਸਤੂ ਹੈ, ਇੱਕੋ ਹੀ ਨਾਮ ਹੈ, ਉਹ ਹੈ ਹੁਕਮ। ਉਹਨੂੰ ਅਸੀਂ ਸਮਝਣਾ ਹੈ। ਬਸ ਜਿੱਦਣ ਸਮਝ ਕੇ ਅਸੀਂ ਉਹਨੂੰ ਆਪਣੇ ਆਪ ਸਮਝੀ ਗਏ ਤਾਂ ਵੀ ਸਾਡੀ ਸੁਰਤ ਨੇ ਉਹਨੂੰ ਲਾਗੂ ਵੀ ਕਰਨਾ ਹੀ ਪੈਣਾ। ਉਹ ਹੈ ਬਵੇਕੋ। ਇਹੀ ਗੱਲ ਪੰਜਵੇਂ ਪਾਤਸ਼ਾਹ ਕਹਿੰਦੇ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਵੇਕਾ। ਸਾਰਿਆਂ ਨੇ ਉਹੀ ਚੀਜ਼ ਮੰਗੀ ਹੈ, ਕਿਉਂਕਿ ਸਾਰੇ ਤਾਂ ਹੀ ਉਹਨਾਂ ਦੀ ਇੱਕ ਭਾਸ਼ਾ ਸੀ। ਬੋਲੀ ਭਾਵੇਂ ਵੱਖੋ ਵੱਖਰੀ ਸੀ, ਪਰ ਭਾਸ਼ਾ ਇੱਕ ਸੀ, ਵਿਚਾਰਧਾਰਾ ਇੱਕ ਸੀ। ਸਰੀਰ ਕਰਕੇ ਭਾਵੇਂ ਕਿਤੇ ਵਿਚਰੇ, ਅੱਖਰ ਭਾਵੇਂ ਉਹਨਾਂ ਕੋਲ ਕਿਸੇ ਕੋਲ ਕੋਈ ਸੀ, ਕਿਸੇ ਕੋਲ ਕੋਈ ਸੀ, ਪਰ ਭਾਸ਼ਾ ਇੱਕ ਸੀ। ਸੋ ਸੰਤ ਕੌਣ ਹੈ? ਸੰਤ ਸਾਡਾ ਮੂਲ ਹੈ, ਉਸੇ ਨੂੰ ਹੀ ਰਾਮ ਵੀ ਆਖਿਆ ਗਿਆ। ਗੁਰਬਾਣੀ 'ਚ ਬਚਨ ਵੀ ਆਉਂਦਾ, ਸਭੈ ਘਟ ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸੋ ਸੰਤ ਅਤੇ ਰਾਮ ਇੱਕ ਦੇ ਦੋ ਨਾਮ ਨੇ ਸਾਡੀ ਭਾਸ਼ਾ 'ਚ। ਸੋ ਕਬੀਰ ਸਾਹਿਬ ਜੀ ਆਖਦੇ ਹਨ ਕਿ ਮੈਂ ਸੋ ਗੁਰ ਪਾਇਆ, ਭਾਵ ਮੈਂ ਦੋਨਾਂ ਨੂੰ ਇੱਕੋ ਹੀ ਜਾਣਿਆ, ਤਾਂ ਹੀ ਪ੍ਰਾਪਤੀ ਹੋਈ ਹੈ। ਪ੍ਰਾਪਤੀ ਕੀ ਹੋਈ? ਜਾਂ ਕਾ ਨਾਉ ਬਵੇਕੋ, ਭਾਵ ਹੁਕਮ ਦੀ ਪ੍ਰਾਪਤੀ ਹੈ। ਹੁਕਮ ਬੂਝ ਪਰਮ ਪਦ ਪਾਈ, ਹੁਕਮ ਬੁੱਝ ਲਿਆ, ਪਰਮ ਪਦ ਦੀ ਪ੍ਰਾਪਤੀ ਹੋ ਗਈ। ਰਾਮਕਲੀ ਰਾਗ ਦੇ ਅੰਦਰ ਨੌਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਹਨ 938 ਪੰਨੇ ਦੇ ਉੱਪਰ, ਨਾਨਕ ਸੰਤ ਮਿਲੈ ਸੱਚ ਪਾਈਐ, ਸਹਿਜ ਭਾਏ ਜਸ ਰਿਓ। ਸਿੱਧਾ ਹੀ ਲਿਖਤਾ ਕਿ ਨਾਨਕ ਸੰਤ, ਇੱਥੇ ਹੁਣ ਸੰਤ ਦੇ ਤੱਤੇ ਨੂੰ ਔਂਕੜ ਹੈ। ਉੱਪਰ ਸੰਤ ਮੁਕਤਾ ਸੀ, ਇੱਥੇ ਸੰਤਾਂ ਕੰਨਾਂ ਲਾ ਗਿਆ ਕਿ ਜਿਹੜੇ ਵੀ ਸਾਨੂੰ ਸੱਚ ਦੀ ਗੱਲ ਦੱਸਦੇ ਹਨ, ਸੰਤਾਂ ਬਹੁਵਚਨ ਹੈ, ਸਾਰੇ ਭਗਤ, ਸਾਰੇ ਗੁਰਮੁਖ, ਸਾਰੇ ਪਾਤਸ਼ਾਹੀਆਂ, ਇਹ ਸਾਰੇ ਹੀ ਸੰਤਾਂ ਸੀ। ਇਹਨਾਂ ਦੀ ਕਹੀ ਹੋਈ ਗੱਲ ਨੂੰ ਰੱਦ ਕਰ ਦੇਣਾ ਸਭ ਤੋਂ ਵੱਡਾ ਗੁਨਾਹ ਹੈ। ਗੁਰਬਾਣੀ ਦੀ ਗੱਲ ਨਾ ਮੰਨਣੀ ਦਰਗਾਹ ਦੇ ਵਿੱਚ ਸਭ ਤੋਂ ਵੱਡਾ ਅਪਰਾਧ ਹੈ। ਚਾਹੇ ਕੋਈ ਗੁਰਬਾਣੀ ਜਿੰਨੀ ਮਰਜ਼ੀ ਪੜ੍ਹਦਾ ਹੋਵੇ, ਪਰ ਜੇ ਨਹੀਂ ਮੰਨਦਾ ਤਾਂ ਹੇ ਮੇਰੇ ਮਨਾ, ਤੂੰ ਦਰਗਾਹ ਦੇ ਵਿੱਚ ਅਪਰਾਧੀ ਗਿਣੇਗਾ। ਭਾਵੇਂ ਤੂੰ ਸਾਰੀ ਜ਼ਿੰਦਗੀ ਦੇ ਵਿੱਚ ਇੱਕ ਓਅੰਕਾਰ ਹੀ ਪੜ੍ਹ, ਪਰ ਇੱਕ ਓਅੰਕਾਰ ਦੀ ਗੱਲ ਮੰਨ। ਮੰਨੇ ਤੇ ਗੱਲ ਛੁੱਟਣੀ ਹੈ। ਮੰਨੇ ਕੀ ਗਤ ਹੈ ਕਹੀ ਨਾ ਜਾ, ਪੜ੍ਹਿਆ ਨਾਹੀਂ ਭੇਦ ਬੁੱਝਿਆ ਬਾਵਣਾ। ਪੜ੍ਹ ਕੇ ਨਹੀਂ ਗੱਲ ਬਣਨੀ, ਪੜ੍ਹਨ ਤੋਂ ਬਾਅਦ ਕੁਛ ਬੁੱਝ ਵੀ, ਫਿਰ ਭੇਦ ਖੁੱਲ੍ਹਣਾ ਸਾਰਾ। ਸੋ ਨਾਨਕ ਸੰਤ ਮਿਲੈ, ਨਾਨਕ ਜੀ ਕਹਿੰਦੇ ਕਿ ਹੁਣ ਮੈਨੂੰ ਸੰਤ ਮਿਲ ਗਿਆ, ਮੈਨੂੰ ਮਿਲਿਆ ਹੁਕਮ, ਇੱਕ ਹੋ ਗਏ, ਔਂਕੜ ਲੱਗ ਗਈ। ਗੁਰੂ ਨਾਨਕ ਸਾਹਿਬ ਇੱਕ ਸੀ, ਇੱਕ ਨੇ, ਇੱਕ ਰਹਿਣਗੇ।
ਬਸ ਇੰਨਾ ਫਰਕ ਹੈ ਕਿ ਹੁਣ ਉਹ ਇੱਕ ਨੇ, ਹੁਣ ਉਹ ਨਾਨਕ ਨਾਮ ਨਹੀਂ ਲੱਗੂਗਾ ਨਾ ਉਹਨਾਂ ਨਾਲ। ਜਿੰਨਾ ਚਿਰ ਉਹ ਸਰੀਰ ਕਰਕੇ ਸੀ ਉਨਾ ਚਿਰ ਇੱਕ ਦੇ ਨਾਲ ਨਾਨਕ ਵੀ ਲੱਗਦਾ ਸੀ। ਤਾਂ ਹੀ ਮਹੱਲਾ ਪਹਿਲਾ ਲਿਖਿਆ। ਮਹੱਲਾ ਦੂਜਾ ਲਿਖਣ ਦਾ ਕਾਰਨ ਵੀ ਇਹੀ ਹੈ ਕਿ ਸਰੀਰ ਦੇ ਅੰਦਰ ਆ ਕੇ ਪਹਿਲਾਂ ਇਹਨਾਂ ਨੇ ਇੱਕ ਹੋਇਆ, ਉਹ ਦੋ ਹੋਇਆ। ਇਸੇ ਕਰਕੇ ਪੰਜਵੇਂ ਪਾਤਸ਼ਾਹ ਨੇ ਜਦੋਂ ਭਗਤ ਸਾਹਿਬਾਨਾਂ ਦੀ ਗੁਰਬਾਣੀ ਲਿਖੀ ਹੈ, ਉਹਨਾਂ ਨੇ ਲਿਖਿਆ ਇਹ ਬਾਣੀ ਭਗਤਾਂ ਕੀ। ਬਾਣੀ ਲਿਖਿਆ ਉਹਨਾਂ ਨੇ, ਗੁਰਬਾਣੀ ਨਹੀਂ ਲਿਖਿਆ, ਜਦ ਕਿ ਉਹ ਲਿਖਦੇ ਗੁਰਬਾਣੀ ਨੇ, ਕਿਉਂਕਿ ਉਹਨਾਂ ਨੂੰ ਤਾਂ ਸਾਰੀ ਖੇਡ ਹੈ। ਕਿਉਂਕਿ ਪਿੱਛੋਂ ਤਾਂ ਬਾਣੀ ਇੱਕੋ ਹੀ ਹੈ ਨਾ ਸਾਰਿਆਂ ਦੀ, ਹੁਕਮ ਤਾਂ ਸਾਰਿਆਂ ਦੇ ਅੰਦਰ ਇੱਕੋ ਹੀ ਵਰਤਦਾ। ਉਹੀ ਬਾਣੀ ਇੱਥੇ ਮਹੱਲੇ 'ਚ ਲਿਖਤਾ, ਉੱਥੇ ਭਗਤਾਂ ਲਿਖਦਾ ਤੇ ਮਹੱਲੇ ਲਿਖਤਾ, ਕੋਈ ਫਰਕ ਨਹੀਂ ਹੈਗਾ। ਪਰ ਸਾਡੀ ਦ੍ਰਿਸ਼ਟੀ 'ਚ ਬਹੁਤ ਵੱਡਾ ਫਰਕ ਹੈ, ਸੱਚਖੰਡ ਦੀ ਦ੍ਰਿਸ਼ਟੀ 'ਚ ਕੋਈ ਫਰਕ ਨਹੀਂ। ਸੱਚਖੰਡ ਦੀ ਦ੍ਰਿਸ਼ਟੀ 'ਚ ਜਿਹੋ ਜਿਹੇ ਗੁਰੂ ਨਾਨਕ ਜੀ ਨੇ, ਉਹੋ ਜਿਹੇ ਹੀ ਕਬੀਰ ਸਾਹਿਬ ਜੀ ਨੇ। ਉਹਨਾਂ ਨੇ ਨਹੀਂ ਸਾਡੀ ਦ੍ਰਿਸ਼ਟੀ 'ਚ ਬਹੁਤ ਵੱਡਾ ਫਰਕ ਹੈ। ਇਸੇ ਕਰਕੇ ਸਾਨੂੰ ਵਿਕਾਸ ਨਹੀਂ ਹੋ ਰਿਹਾ। ਹੋਰ ਕੋਈ ਅਸੀਂ ਐਡਾ ਅਪਰਾਧ ਨਹੀਂ ਕੀਤਾ, ਸਾਡੀ ਦ੍ਰਿਸ਼ਟੀ ਸਹੀ ਨਹੀਂ ਹੈਗੀ। ਉਹ ਕਹਿੰਦੇ ਦ੍ਰਿਸ਼ਟੀ ਸਹੀ ਕਰੋ, ਰਸਤਾ ਸਹੀ ਕਰੋ, ਉੱਬੜ ਖੁੱਬੜ ਕਿਉਂ ਜਾਂਦੇ ਆ। ਜਿਹਨੇ ਆਪਣਾ ਰਸਤਾ ਸਿੱਧਾ ਕਰ ਲਿਆ, ਮਾਰਗ ਸੂਧੇ ਸੂਧੇ ਰੇਗ ਚਲੋ, ਤਾਂ ਸਿੱਧਾ ਚੱਲ, ਬਿਲਕੁਲ ਪਰਮੇਸ਼ਰ ਨੂੰ ਗੁਰੂ ਮੰਨ ਕੇ ਚੱਲ, ਫਿਰ ਵੇਖੀ ਵਿਕਾਸ ਹੁੰਦਾ।